ਸਾਹਿਬ ਇਸ ਜਿਹੜੇ ਸੰਘਰਸ਼ ਸੀ ਇਹਨੂੰ ਫੇਲ ਕਰਨ ਵਾਸਤੇ ਜਿਹੜੀ ਸਰਕਾਰ ਨੇ ਹੁਣ ਕਿਹੜੀਆਂ ਨੀਤੀਆਂ ਦੀ ਵਰਤੋਂ ਕੀਤੀ ਹੈ? ਵੇਖੋ, ਜਦੋਂ ਵੀ ਸਟੇਟ ਨੂੰ ਇੰਝ ਲੱਗਦਾ ਹੈ ਕਿ ਲੋਕ ਸੰਘਰਸ਼ ਦੇ ਵਿੱਚ ਨੇ ਤੇ ਸਾਡੇ ਉੱਪਰ ਦਬਾਅ ਪੈ ਸਕਦਾ, ਤਾਂ ਜਿਹੜੀ ਸਭ ਤੋਂ ਵੱਡੀ ਸਟੇਟ ਦੀ ਨੀਤੀ ਹੁੰਦੀ ਹੈ ਕਿ ਲੋਕਾਂ ਨੂੰ ਆਰਥਿਕ ਪੱਧਰ ਦੇ ਉੱਪਰ ਕੋਈ ਇਵੇਂ ਦੀ ਤੰਗੀ ਜਿਹੜੀ ਹੈ ਉਹ ਪੇਸ਼ ਕੀਤੀ ਜਾਵੇ ਕਿ ਲੋਕ ਸਮਝਣ ਕਿ ਇਹ ਜਿਹੜਾ ਸੰਘਰਸ਼ ਹੈ ਇਹ ਸਾਡਾ ਸੰਘਰਸ਼ ਨਹੀਂ ਹੈਗਾ ਤੇ ਇਸ ਸੰਘਰਸ਼ ਦੇ ਨਾਲ ਸਾਡੇ ਉੱਪਰ ਅਸਰ ਪੈ ਰਿਹਾ। ਹੁਣ ਤੁਸੀਂ ਵੇਖੋ ਕਿ ਕੋਵਿਡ-19 ਤੋਂ ਬਾਅਦ ਤਕਰੀਬਨ ਪੰਜਾਬ ਦੇ ਵਿੱਚ ਇਹ ਜਿਹੜਾ ਕੰਸਟਰਕਸ਼ਨ ਦਾ ਕੰਮ ਹੈ ਇੰਨਾ ਜ਼ਿਆਦਾ ਨਹੀਂ ਹੋਇਆ, ਜਾਂ ਪਿੰਡਾਂ ਦੇ ਵਿੱਚ ਵੀ ਲੋਕੀ ਜਾਂ ਮਕਾਨ ਜਾਂ ਕੋਈ ਇਵੇਂ ਦੀ ਚੀਜ਼ ਜਿਹੜੀ ਹੈ ਉਹਦੀ ਕੰਸਟਰਕਸ਼ਨ ਨਹੀਂ ਕਰ ਰਹੇ। ਪਰ ਇਹਦੇ ਬਾਵਜੂਦ ਜਿਸ ਦਿਨ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਸ ਦਿਨ ਤੋਂ ਬਾਅਦ ਸਰੀਏ ਦੀਆਂ ਕੀਮਤਾਂ, ਸੀਮਿੰਟ ਦੀਆਂ ਕੀਮਤਾਂ ਤੇ ਹੋਰ ਜਿਹੜੀਆਂ ਕੰਸਟਰਕਸ਼ਨ ਦੇ ਵਿੱਚ ਜਾਂ ਲੋਕਾਂ ਦੇ ਘਰੇਲੂ ਖੇਤਰ ਦੇ ਵਿੱਚ ਕੰਮ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀਆਂ ਕੀਮਤਾਂ ਇੱਕਦਮ ਵਧਣੀਆਂ ਸ਼ੁਰੂ ਹੋ ਗਈਆਂ ਨੇ। ਤੇ ਇਹ ਜਿਹੜੇ ਸਟੇਟ ਦੇ ਨਾਲ ਜੁੜੇ ਹੋਏ ਲੋਕ ਨੇ, ਜਿਹੜੇ ਬੀਜੇਪੀ ਨਾਲ ਜਾਂ ਸਰਕਾਰ ਦੇ ਨਾਲ ਜਿਹੜੇ ਨੁਮਾਇੰਦੇ ਲੋਕਾਂ ਨੂੰ ਇਸ ਚੀਜ਼ ਵਾਸਤੇ ਸੁਚੇਤ ਕਰਨ ਵਾਸਤੇ ਆਏ ਨੇ ਕਿ ਇਹ ਜਿਹੜਾ ਅੰਦੋਲਨ ਹੈ ਤੁਹਾਡੇ ਹੱਕ ਵਿੱਚ ਨਹੀਂ ਹੋਏਗਾ, ਤੁਹਾਡੇ ਲਈ ਨੁਕਸਾਨਦੇਹ ਹੈ, ਤਾਂ ਸਭ ਤੋਂ ਵੱਡੀ ਪਾਲਿਸੀ ਹੀ ਵਰਤੀ ਜਾਵੇਗੀ ਕਿ ਲੋਕਾਂ ਨੂੰ ਇਹ ਕਿਹਾ ਜਾਵੇਗਾ ਕਿ ਵੇਖੋ ਕਿਸਾਨਾਂ ਦੇ ਸੰਘਰਸ਼ ਦੇ ਨਾਲ ਰੇਲਾਂ ਰੁਕੀਆਂ ਹੋਈਆਂ ਨੇ, ਲੋਹਾ ਨਹੀਂ ਆ ਰਿਹਾ ਤੇ ਉਹਦੇ ਕਰਕੇ ਜਿਹੜੀਆਂ ਇਹ ਕੀਮਤਾਂ ਦੇ ਉੱਪਰ ਅਸਰ ਪੈਣਾ ਸ਼ੁਰੂ ਹੋ ਗਿਆ। ਹੁਣ ਇਹਦੇ ਨਾਲ ਕੀ ਹੋਵੇਗਾ ਕਿ ਜਦੋਂ ਆਮ ਲੋਕ ਮਹਿਸੂਸ ਕਰਨਗੇ ਕਿ ਕਿਸਾਨ ਸੰਘਰਸ਼ ਦੇ ਨਾਲ ਸਾਡੀਆਂ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਜਿਹੜੀਆਂ ਵਰਤਣ ਵਾਲੀਆਂ ਚੀਜ਼ਾਂ ਨੇ ਉਹ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ, ਤਾਂ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਸੰਘਰਸ਼ ਦੇ ਪ੍ਰਤੀ ਜਿਹੜੀ ਨਫ਼ਰਤ ਹੈ ਉਹ ਪੈਦਾ ਕੀਤੀ ਜਾ ਸਕਦੀ ਹੈ। ਸੋ ਇਸ ਕਰਕੇ ਇਹ ਇਵੇਂ ਦੀ ਇੱਕ ਨੀਤੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਖੇਡੀ ਜਾਵੇਗੀ ਕਿ ਕੁਝ ਲੋਕਾਂ ਨੂੰ ਇੰਝ ਲੱਗੇ ਕਿ ਕਿਸਾਨ ਅੰਦੋਲਨ ਦਾ ਆਰਥਿਕ ਤੌਰ ਤੇ ਜਿਹੜਾ ਬੋਝ ਹੈ ਉਹ ਸਾਡੇ ਉੱਪਰ ਪੈ ਰਿਹਾ। ਜਿਸ ਤਰ੍ਹਾਂ ਇਹ ਖਬਰ ਆਈ ਵੀ ਸੀਗੀ ਕਿ ਜਿਹੜਾ ਕੋਲਾ ਨਾ ਪਹੁੰਚਣ ਕਰਕੇ ਜਿਹੜੀ ਬਿਜਲੀ ਹੈ ਉਹ ਬੰਦ ਹੋ ਸਕਦੀ ਹੈ। ਹੁਣ ਬੰਦਾ ਦੂਜਾ ਸਵਾਲ ਕਰਦਾ ਹੈ ਕਿ ਜਿਹੜੀ ਭਾਖੜੀ ਤੋਂ ਬਿਜਲੀ ਨਿਕਲ ਰਹੀ ਹੈ, ਜਿਸ ਪਾਣੀ ਦੇ ਉੱਪਰ ਪੰਜਾਬ ਦਾ ਹੱਕ ਹੈ, ਉਸ ਪਾਣੀ ਤੋਂ ਪੈਦਾ ਹੋਈ ਬਿਜਲੀ ਜਿਹੜੀ ਹੈ ਉਹਦਾ ਕਿੰਨੇ ਪ੍ਰਤੀਸ਼ਤ ਤਾਂ ਦਿੱਲੀ ਤਾਂ ਹੋਰ ਸਟੇਟਾਂ ਨੂੰ ਦਿੱਤਾ ਜਾ ਰਿਹਾ ਤੇ ਪੰਜਾਬ ਨੂੰ ਕੋਲੇ ਦੀ ਬੱਤੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਥਰਮਲ ਪਲਾਂਟਸ ਦੇ ਵਿੱਚੋਂ। ਤੇ ਜੇਕਰ ਪੰਜਾਬ ਦਾ ਆਪਣੇ ਪਾਣੀ ਤੋਂ ਪੈਦਾ ਕੀਤੀ ਬਿਜਲੀ ਦੇ ਉੱਪਰ ਅਧਿਕਾਰ ਵੀ ਨਹੀਂ ਹੈਗਾ ਤਾਂ ਫਿਰ ਪੰਜਾਬ ਦੇ ਲੋਕਾਂ ਨੂੰ ਇਹ ਕੇਵਲ ਕਿਸਾਨੀ ਸੰਘਰਸ਼ ਦੇ ਖਿਲਾਫ ਭੜਕਾਉਣ ਦੀਆਂ ਸਾਜ਼ਿਸ਼ਾਂ ਨੇ। ਸਰ, ਕਿਸਾਨ ਨੂੰ ਇਸ ਸੰਘਰਸ਼ ਵਿੱਚ ਹੋਰ ਕਿਸ ਚੀਜ਼ ਲਈ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ? ਜੇ ਤੇ ਸੰਘਰਸ਼ ਬੜਾ ਇੱਕ ਤੁਸੀਂ ਸ਼ਾਰਟ ਟਰਮ ਪਲਾਨ ਕਰਦੇ ਹੋ ਤੇ ਉਹਦੀ ਇੱਕ ਸ਼ਾਰਟ ਟਰਮ ਹੱਦ ਮਿੱਥ ਲੈਂਦੇ ਹੋ, ਫਿਰ ਤਾਂ ਮੈਂ ਸੋਚਦਾ ਕਿ 1 2 3 4 ਦਿਨਾਂ ਦਾ ਜਾਂ ਬਹੁਤ ਛੋਟੀਆਂ ਮੰਗਾਂ ਨੂੰ ਜਦੋਂ ਤੁਸੀਂ ਇੱਕ ਸ਼ਾਰਟ ਟਰਮ ਪਲਾਨ ਕਰਕੇ ਕਿਸੇ ਸੰਘਰਸ਼ ਨੂੰ ਚਲਾਉਂਦੇ ਹੋ ਤਾਂ ਇੰਨਾ ਜ਼ਿਆਦਾ ਉਹ 'ਚ ਖਲਾਰਾ ਪੈਣ ਦੇ ਖਤਰੇ ਨਹੀਂ ਹੁੰਦੇ। ਪਰ ਜਦੋਂ ਸੰਘਰਸ਼ ਇੱਕ ਲੰਬਾ ਚੱਲ ਰਿਹਾ ਹੁੰਦਾ ਹੈ ਤੇ ਉਹਦੇ ਵਿੱਚ ਪਲੈਨਿੰਗ ਤੁਹਾਡੀ ਲੌਂਗ ਟਰਮ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਤੁਸੀਂ ਇਹ ਵੀ ਸਮਝ ਰਹੇ ਹੁੰਦੇ ਹੋ ਕਿ ਜਿਹੜੀ ਸਰਕਾਰ ਹੈ ਉਹ ਕਿਤੇ ਨਾ ਕਿਤੇ ਦੁਖੀ ਹੈ ਤੁਹਾਡੇ ਤੋਂ, ਤੇ ਉਸ ਸੰਘਰਸ਼ ਨੂੰ ਕੁਚਲਣ ਦੇ ਵਾਸਤੇ ਸਰਕਾਰ ਦੇ ਕੋਲ ਇੱਕ ਅਹਿਮ ਪੱਖ ਹੁੰਦਾ ਹੈ ਕਿ ਵਾਇਲੈਂਸ ਦਾ, ਹਿੰਸਾ ਦਾ ਸਹਾਰਾ ਲਿਆ ਜਾਵੇ। ਕੁਝ ਗਰਮ ਨਾਅਰੇ ਮਰਵਾ ਦਿੱਤੇ ਜਾਣ, ਕੁਝ ਆਪਣੇ ਪੇਛੇ ਵਿਅਕਤੀਆਂ ਦੇ ਕੋਲੋਂ ਕਿਤੇ ਆਗਜ਼ਨੀ ਦੀਆਂ ਘਟਨਾਵਾਂ, ਕਿਤੇ ਪੱਥਰਬਾਜ਼ੀ ਦੀਆਂ ਘਟਨਾਵਾਂ, ਕਿਤੇ ਪੁਲਿਸ ਦੇ ਉੱਪਰ ਪੱਥਰਬਾਜ਼ੀ, ਕਿਤੇ ਆਮ ਲੋਕਾਂ ਦੀ ਕਿਸੇ ਗੱਡੀ ਨੂੰ ਅੱਗ ਲਾ ਦੇਣੀ। ਸੋ ਇਸ ਗੱਲ ਤੋਂ ਜਿਹੜੇ ਕਿਸਾਨ ਵੀਰ ਸੰਘਰਸ਼ ਦੇ ਵਿੱਚ ਨੇ ਉਹਨਾਂ ਨੂੰ ਖਾਸ ਸੁਚੇਤ ਰਹਿਣਾ ਪਵੇਗਾ ਕਿ ਇਸ ਐਜੀਟੇਸ਼ਨ ਦੇ ਦੌਰਾਨ ਕੋਈ ਇਵੇਂ ਦੀ ਘਟਨਾ ਨਾ ਵਾਪਰੇ ਕਿ ਕਿਸੇ ਦੇ ਉੱਪਰ ਪੱਥਰਬਾਜ਼ੀ ਹੋ ਜਾਵੇ, ਕੋਈ ਭੜਕਾਊ ਤਕਰੀਰਾਂ ਜਾਂ ਭੜਕਾਊ ਨਾਅਰੇਬਾਜ਼ੀ, ਕਿ ਸਟੇਟ ਨੂੰ ਬਹਾਨਾ ਮਿਲੇ। ਉਹਦੇ ਨਾਲ ਕੀ ਹੋਵੇਗਾ ਕਿ ਜਦੋਂ ਸਟੇਟ ਨੂੰ ਇਵੇਂ ਦਾ ਬਹਾਨਾ ਮਿਲਦਾ, ਕੋਈ ਨੌਜਵਾਨ ਕਈ ਵਾਰੀ ਉਤੇਜਨਾ 'ਚ ਆ ਕੇ ਤੁਸੀਂ ਕਹਿ ਸਕਦੇ ਐਕਸਾਈਟਡ ਜਿਹਾ ਹੋ ਕੇ ਕਈ ਵਾਰੀ ਉਹ ਗਰਮ ਤਕਰੀਰ ਕਰ ਵੀ ਦਿੰਦਾ, ਤੇ ਜਦੋਂ ਉਸ ਨੌਜਵਾਨ ਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ ਜਾਂ 2-4 ਨੌਜਵਾਨਾਂ ਦੇ ਉੱਪਰ ਹੋਰ ਕੇਸ ਦਰਜ ਕਰ ਦਿੱਤੇ ਜਾਂਦੇ ਨੇ ਤੇ ਜਿਹੜਾ ਤੁਹਾਡਾ ਸੰਘਰਸ਼ ਹੁੰਦਾ ਉਹ ਡਾਈਵਰਟ ਹੋ ਜਾਂਦਾ ਹੈ। ਤੁਹਾਡਾ ਮੂਲ ਮੁੱਦਿਆਂ ਤੋਂ ਤੁਸੀਂ ਭਟਕ ਜਾਂਦੇ ਹੋ। ਫਿਰ ਤੁਹਾਡਾ ਨਿਸ਼ਾਨਾ ਇਹ ਹੋ ਜਾਂਦਾ ਹੈ ਕਿ ਸਾਡੇ ਨੌਜਵਾਨ ਨਜਾਇਜ਼ ਜੇਲ੍ਹਾਂ ਦੇ ਵਿੱਚ ਲੈ ਕੇ ਗਏ ਨੇ, ਅਸੀਂ ਉਹਨਾਂ ਨੂੰ ਛਡਾਉਣਾ ਹੈ। ਸੋ ਤੁਹਾਡਾ ਉਹਨਾਂ ਮੁੱਦਿਆਂ ਤੋਂ ਸੰਘਰਸ਼ ਜਿਹੜਾ ਹੁੰਦਾ ਉਹ ਟੋਟਲੀ ਡਾਈਵਰਟ ਹੋ ਜਾਂਦਾ। ਸੋ ਇੱਥੇ ਜਿਹੜੇ ਕਿਸਾਨ ਵੀਰ ਜਥੇਬੰਦੀਆਂ ਤੇ ਯੂਨੀਅਨਾਂ ਤੇ ਹੋਰ ਜਿਹੜੇ ਵੀਰ ਬੈਠੇ ਨੇ ਉਹਨਾਂ ਨੂੰ ਇਸ ਗੱਲ ਦੇ ਉੱਪਰ ਬਹੁਤ ਹੀ ਜ਼ਿਆਦਾ ਅਹਿਮੀਅਤ ਦੇ ਨਾਲ, ਕਿਉਂਕਿ ਹੁਣ ਤੁਸੀਂ ਇੱਕ ਗੱਲ ਵੇਖੋ ਕਿ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਸੰਘਰਸ਼ ਕਿਸਾਨ ਕਰ ਰਹੇ ਨੇ, ਪਰ ਇੱਕ ਅੰਤਰ ਹੈ। ਉਹ ਅੰਤਰ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਕਾਂਗਰਸ ਹੈ, ਹਰਿਆਣੇ ਦੇ ਵਿੱਚ ਜਿਹੜੀ ਸਰਕਾਰ ਹੈ ਬੀਜੇਪੀ ਹੈ। ਹੁਣ ਉੱਥੇ ਨਿਸ਼ਾਨਾ 2 ਚੀਜ਼ਾਂ ਬਣ ਰਹੀਆਂ ਨੇ ਕਿ ਜਿਹੜਾ ਹਰਿਆਣੇ ਦਾ ਕਿਸਾਨ ਹੈ ਉਹ ਸਟੇਟ ਪਰ ਸੈਂਟਰ ਦੋਵਾਂ ਦੀ ਸਰਕਾਰ ਦੇ ਵਿਰੋਧ ਦੇ ਵਿੱਚ ਹੈ, ਜਦੋਂ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਕਾਂਗਰਸ ਦੀ ਹੋਣ ਕਰਕੇ ਫਿਲਹਾਲ ਉਹਨੂੰ ਨਜ਼ਰ ਆ ਰਿਹਾ ਕਿ ਕਿਸਾਨੀ ਸੰਘਰਸ਼ ਦਾ ਰਾਜਨੀਤਿਕ ਤੌਰ ਤੇ ਵੋਟਾਂ 'ਚ ਮੈਨੂੰ ਫਾਇਦਾ ਮਿਲੇਗਾ, ਜਦੋਂ ਕਿ ਇਹ ਫਾਇਦਾ ਹਰਿਆਣੇ 'ਚ ਨਜ਼ਰ ਨਹੀਂ ਆ ਰਿਹਾ। ਤੇ ਉਹਦੇ ਕਰਕੇ ਮੇਰੇ ਕਈ ਉੱਥੇ ਹਰਿਆਣੇ ਦੇ ਵਿੱਚ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਹੇ ਵੀਰ ਨੇ, ਤੇਜਵੀਰ ਸਿੰਘ ਹੁਣੀ ਜਾਂ ਹੋਰ, ਉਹਨਾਂ ਦੇ ਉੱਪਰ ਇਰਾਦਾ ਕਤਲ ਦੇ ਪਰਚੇ ਦਰਜ ਕਰ ਦਿੱਤੇ ਗਏ ਨੇ। ਉਹਦਾ ਇਹੀ ਨਿਸ਼ਾਨਾ ਹੈ ਕਿ ਜਿਹੜਾ ਸੰਘਰਸ਼ ਹੈ ਉਹਨੂੰ ਡਾਈਵਰਟ ਕਰ ਦਿੱਤਾ ਜਾਵੇ। ਪੰਜਾਬ ਦੇ ਵਿੱਚ ਜਿਹੜੀ ਕਿਸਾਨ
ਅੰਦੋਲਨ ਦੇ ਬਾਰੇ ਪੰਜਾਬ ਸਰਕਾਰ ਕਾਂਗਰਸ ਦੀ ਹੋਣ ਕਰਕੇ ਉਹ ਅਜੇ ਇੰਨਾ ਵੱਡਾ ਕੋਈ ਕਦਮ ਨਹੀਂ ਚੁੱਕੇਗੀ ਕਿ ਇਸ ਸੰਘਰਸ਼ ਨੂੰ ਸਖਤੀ ਦੇ ਨਾਲ ਕੁਚਲਿਆ ਜਾਵੇ। ਪਰ ਸਾਨੂੰ ਅਲਰਟ ਜ਼ਰੂਰ ਰਹਿਣਾ ਪਵੇਗਾ, ਕਿਉਂਕਿ ਅਜੇ ਤਾਂ ਪੰਜਾਬ ਸਰਕਾਰ ਨੂੰ ਇਹ ਮਹਿਸੂਸ ਹੋਇਆ ਹੈ ਕਿ ਅਕਾਲੀ ਦਲ ਬੀਜੇਪੀ ਨਾਲ ਸਾਂਝ ਹੋਣ ਕਰਕੇ ਬਿਲਕੁਲ ਹਾਸ਼ੀਏ ਦੇ ਉੱਪਰ ਗਿਆ ਹੋਇਆ ਹੈ। ਸੈਂਟਰ ਦੇ ਵਿੱਚ ਬੀਜੇਪੀ ਹੋਣ ਕਰਕੇ ਕਿਸਾਨਾਂ ਦੇ ਸੰਘਰਸ਼ ਦਾ ਨਿਸ਼ਾਨਾ ਜਿਹੜਾ ਉਹ ਕੇਂਦਰ ਹੈ, ਤੇ ਜਿਹੜੀ ਪੰਜਾਬ ਸਰਕਾਰ ਇਸ ਵੇਲੇ ਕਾਂਗਰਸ ਦੀ ਹੈ ਉਹ ਸੋਚਦੀ ਹੈ ਕਿ ਜਿੰਨਾ ਵੀ ਪੰਜਾਬ ਦਾ ਕਿਸਾਨ, ਦਿਹਾੜੀਦਾਰ, ਮਜ਼ਦੂਰ, ਛੋਟਾ ਦੁਕਾਨਦਾਰ ਵਰਗ ਜਿੰਨਾ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੁੰਦਾ ਹੈ, ਕਿਤੇ ਨਾ ਕਿਤੇ ਸ਼ਾਇਦ ਉਹ ਬੀਜੇਪੀ ਜਿਹੜੀ ਵਿਰੋਧੀ ਵੋਟ ਬੈਂਕ ਬਣ ਕੇ ਉਹ ਕਾਂਗਰਸ ਦਾ ਵੋਟ ਬੈਂਕ ਬਣ ਜਾਵੇਗਾ। ਇਹਦੇ ਕਰਕੇ ਉੱਥੋਂ ਤੇ ਇੱਥੋਂ ਦੀਆਂ ਨੀਤੀਆਂ 'ਚ ਫਰਕ ਹੈ, ਪਰ ਫਿਰ ਵੀ ਸਾਨੂੰ ਬੜੀ ਸੂਝਵਾਨਤਾ ਦੇ ਨਾਲ ਚੱਲਣਾ ਪਵੇਗਾ ਕਿ ਕੋਈ ਵੀ ਇਵੇਂ ਦਾ ਕੋਈ ਘਟਨਾਕ੍ਰਮ ਨਾ ਵਾਪਰੇ ਕਿ ਸਰਕਾਰ ਨੂੰ ਹਿੰਸਾ ਦਾ ਨਾਮ ਦੇ ਕੇ ਇਸ ਸੰਘਰਸ਼ ਨੂੰ ਕੁਚਲਣ ਦਾ ਮੌਕਾ ਮਿਲ ਸਕੇ। ਤੇ ਜਿਹੜੇ ਐਮਐਸਪੀ ਜਿਹੜੇ ਹੁਣ ਆਏ ਹੈ, ਉਹਨਾਂ ਦੀ ਜਿਹੜੇ ਉਹਨਾਂ ਨੇ ਜਾਰੀ ਰੱਖਣ ਨੂੰ ਅਸਲੀਅਤ ਉਹਦੀ ਕੀ ਹੈ? ਵੇਖੋ, ਮੈਨੂੰ ਲੱਗਦਾ ਕਿ ਉਹ ਇੱਕ ਇਵੇਂ ਦਾ ਧੋਖਾ ਹੈ, ਜਦੋਂ ਤੁਸੀਂ ਕਿਸੇ ਨੂੰ ਧੋਖਾ ਦੇ ਵੀ ਰਹੇ ਹੁੰਦੇ ਹੋ ਪਰ ਨਾਲ ਕਹਿ ਰਹੇ ਹੁੰਦੇ ਹੋ ਕਿ ਅਸੀਂ ਤੇਰੇ ਨਾਲ ਬੜੀ ਵਫਾ ਨਿਭਾ ਰਹੇ ਹਾਂ। ਹੁਣ ਐਮਐਸਪੀ ਜੇਕਰ ਸਰਕਾਰ ਨੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਕੁਝ ਹੋਰ ਥਾਵਾਂ ਦੇ ਉੱਪਰ ਰੱਖਣ ਦੇ ਵਾਸਤੇ ਜੇ ਕਿਤੇ ਸਰਕਾਰ ਇਮਾਨਦਾਰ ਹੁੰਦੀ ਤਾਂ ਮੇਰੇ ਖਿਆਲ ਦੇ ਨਾਲ ਉੱਥੇ ਸਰਕਾਰ ਦਾ ਇਹ ਫਰਜ਼ ਬਣਦਾ ਸੀਗਾ ਕਿ ਫਿਰ ਇੰਟਰਸਟੇਟ ਜਿਹੜਾ ਜਿਣਸ ਦਾ ਵਪਾਰ ਹੈ ਉਹਦੀ ਖੁੱਲ੍ਹ ਨਾ ਦਿੱਤੀ ਜਾਂਦੀ। ਜਦੋਂ ਤੁਸੀਂ ਇੱਕ ਰਾਜ ਤੋਂ ਦੂਜੇ ਰਾਜ ਦੇ ਵਿੱਚ ਜਿਹੜੀ ਖੇਤੀਬਾੜੀ ਦੀ ਜਿਹੜੀ ਉਪਜ ਹੈ, ਜਦੋਂ ਉਹਦਾ ਹੀ ਵਪਾਰ ਦੀ ਤੁਸੀਂ ਦੇ ਦਿੱਤੀ ਹੈ ਪਰਮਿਸ਼ਨ, ਤੇ ਐਮਐਸਪੀ ਜਿਹੜੀ ਹੈ ਉਹ ਕਦੀ ਸਟੈਂਡ ਕਰ ਹੀ ਨਹੀਂ ਸਕਦੀ। 1 2 3 ਸਾਲਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਵੇਗੀ। ਐਮਐਸਪੀ ਖਤਮ ਹੋਵੇਗੀ ਤੇ ਜਿਹੜੀਆਂ ਉਹ ਏਜੰਸੀਜ਼ ਜਿਹੜੀਆਂ ਘੱਟ ਸਮਰਥਨ ਮੁੱਲ ਦੇ ਉੱਪਰ ਕਿਸਾਨ ਦੇ ਕੋਲੋਂ ਰਸਦ ਖਰੀਦਦੀਆਂ ਸੀ, ਉਪਜ ਖਰੀਦਦੀਆਂ ਸੀ, ਤਾਂ ਹੌਲੀ ਹੌਲੀ ਉਹ ਵੀ ਖਤਮ ਹੋ ਜਾਣਗੀਆਂ। ਉਹਨਾਂ ਦੇ ਖਤਮ ਹੋਣ ਦੇ ਨਾਲ ਜਿਹੜੀ ਉਹਨਾਂ ਦੇ ਕੋਲ ਜਿਹੜੀ ਹੁੰਦੀ ਸੀ ਟੈਕਸ ਕਲੈਕਸ਼ਨ ਹੁੰਦੀ ਸੀ, ਚਾਹੇ ਉਹ ਵਪਾਰੀਆਂ ਦੇ ਕੋਲੋਂ ਲੈਂਦੇ ਸੀ, ਕਿਸਾਨਾਂ ਦੇ ਕੋਲੋਂ ਲੈਂਦੇ ਸੀ, ਆੜ੍ਹਤੀਆਂ ਦੇ ਕੋਲੋਂ ਲੈਂਦੇ ਸੀ, ਸ਼ੈਲਰਾਂ ਵਾਲਿਆਂ ਕੋਲ ਲੈਂਦੇ ਸੀ, ਉਹ ਜਿਹੜਾ 4.5 ਕਰੋੜ ਦਾ ਪੰਜਾਬ ਦੇ ਖਜ਼ਾਨੇ ਦੇ ਵਿੱਚ ਪੈਸਾ ਜਮ੍ਹਾਂ ਹੁੰਦਾ ਸੀ, ਉਹ 4.5 ਕਰੋੜ ਕਿਤੇ ਨਾ ਕਿਤੇ ਸਾਡੀਆਂ ਤੁਹਾਡੀਆਂ ਜੇਬਾਂ ਚੋਂ ਨਿਕਲੇਗਾ। ਅਸੀਂ ਵੀ ਪ੍ਰਭਾਵਿਤ ਹੋਵਾਂਗੇ ਤੇ ਇਹਦੇ ਨਾਲ ਜਿਹੜਾ ਕਰਮਚਾਰੀ ਵਰਗ ਹੈ, ਚਾਹੇ ਉਹ ਅਧਿਆਪਕ ਨੇ, ਮਤਲਬ ਕਿ ਰਾਜ ਸਰਕਾਰ ਦੇ ਜਿੰਨੇ ਵੀ ਮਹਿਕਮੇ ਨੇ, ਉਹਨਾਂ ਦੇ ਸਾਰੇ ਜਿਹੜੇ ਕਰਮਚਾਰੀ ਹੈ ਉਹ ਸਾਰੇ ਪ੍ਰਭਾਵਿਤ ਹੋਣਗੇ, ਕਿਉਂਕਿ ਇਹਦੇ ਨਾਲ ਆਰਥਿਕ ਸੱਟ ਜਿਹੜੀ ਹੈ ਉਹ ਇੱਕ ਸਟੇਟ ਨੂੰ ਵੱਜਣੀ ਹੈ। ਸੋ ਸਰਕਾਰ ਦਾ ਇਹ ਕਹਿਣਾ ਕਿ ਐਮਐਸਪੀ ਜਾਰੀ ਰਹੇਗੀ, ਵੀ ਜਾਂ ਤਾਂ ਐਮਐਸਪੀ ਨੂੰ ਕਾਨੂੰਨ ਬਣਾ ਕੇ ਪੱਕੇ ਤੌਰ ਤੇ ਕਰ ਦਿੱਤਾ ਜਾਵੇ ਕਿ ਕੋਈ ਵੀ ਪ੍ਰਾਈਵੇਟ ਕੰਪਨੀ, ਇਹੀ ਤਾਂ ਕਿਸਾਨ ਚਾਹੁੰਦਾ ਹੈ ਕਿ ਤੁਸੀਂ ਉਸ ਨੂੰ ਸਿਕਿਉਰਿਟੀ ਨੈਟ ਪ੍ਰੋਵਾਈਡ ਕਰੋ, ਵੀ ਕੋਈ ਵੀ ਕੰਪਨੀ, ਚਾਹੇ ਉਹ ਰਿਲਾਇੰਸ ਹੈ, ਚਾਹੇ ਕੋਈ ਅੰਬਾਨੀਆਂ ਦੀ, ਅਡਾਨੀਆਂ ਦੀ, ਜਾਂ ਤੀਜਾ ABC ਕੋਈ ਵੀ ਕੰਪਨੀ ਹੈ, ਉਹ ਇਸ ਮੁੱਲ ਤੋਂ ਹੇਠਾਂ ਜਿਣਸ ਨੂੰ ਖਰੀਦ ਹੀ ਨਹੀਂ ਸਕੇਗੀ। ਜੇਕਰ ਤੁਸੀਂ ਇਹ ਸਿਕਿਉਰਿਟੀ ਨੈਟ ਪ੍ਰੋਵਾਈਡ ਕਰਦੇ ਹੋ ਤਾਂ ਫਿਰ ਤਾਂ ਹਰ ਕਿਸਾਨ ਭਰੋਸਾ ਕਰਨ ਨੂੰ ਤਿਆਰ ਆ ਕਿ ਠੀਕ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਜਾਰੀ ਰਹੇਗਾ, ਸਾਡੀ ਵੱਲੋਂ ਆੜ੍ਹਤੀ ਖਰੀਦਣ ਤੇ ਸਾਡੀ ਵੱਲੋਂ ਕੋਈ ਪ੍ਰਾਈਵੇਟ ਕੰਪਨੀ ਖਰੀਦੇ। ਪਰ ਜਦੋਂ ਤੁਸੀਂ ਨਾਨ ਐਮਐਸਪੀ ਤੇ ਐਮਐਸਪੀ ਸਟੇਟ ਜਿਹੜੇ ਨੇ ਉਹ ਇੱਕ ਥਾਂ ਦੇ ਉੱਪਰ ਇਕੱਠੇ ਕਰ ਰਹੇ ਹੋ, ਤੇ ਕਦੀ ਹੋ ਹੀ ਨਹੀਂ ਸਕਦਾ ਕਿ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਉਹ ਜਾਰੀ ਰਹਿ ਸਕੇ। ਜਿਹੜਾ ਕਿਸਾਨਾਂ ਵੱਲੋਂ ਸੰਘਰਸ਼ ਆ ਉਹ ਕੇਂਦਰ ਸਰਕਾਰ ਵੱਲ ਕੇਂਦਰਿਤ ਆ ਕਿ ਜਿਹੜੇ ਸੂਬਾ ਸਰਕਾਰ ਉਹਨਾਂ ਵੱਲ ਆ? ਵੇਖੋ, ਜਿਵੇਂ ਅਸੀਂ ਹਰਿਆਣੇ 'ਚ ਵੇਖਦੇ ਹਾਂ ਤਾਂ ਉਹਨਾਂ ਦੇ ਵਾਸਤੇ ਇੱਕ ਸਾਂਝਾ ਨਿਸ਼ਾਨਾ ਬਣ ਜਾਂਦਾ ਹੈ। ਉਹ ਸਾਂਝਾ ਨਿਸ਼ਾਨਾ ਇਸ ਤਰ੍ਹਾਂ ਬਣ ਜਾਂਦਾ ਹੈ ਕਿ ਹਰਿਆਣੇ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਤੇ ਕੇਂਦਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ। ਸੋ ਉੱਥੇ ਜਿਹੜੀਆਂ ਉਹਨਾਂ ਨੀਤੀਆਂ ਦੀ ਇੱਕ ਸੁਰਤਾ ਹੈ, ਉਹਦੇ ਵਿੱਚ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਕਿ ਹਰਿਆਣੇ ਦੇ ਕਿਸਾਨ ਦਾ ਸੰਘਰਸ਼ ਜਿਹੜਾ ਹੈ ਉਹ ਕੇਂਦਰ ਤੇ ਰਾਜ ਦੇ ਖਿਲਾਫ ਸਾਂਝਾ ਹੈ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਸਰਕਾਰ ਜਿਹੜੀ ਕਾਂਗਰਸ ਦੀ ਹੈ, ਤੇ ਬਹੁਤ ਸਾਰੇ ਸਾਡੇ ਜਿਹੜੇ ਨੀਤੀ ਘਾੜੇ ਨੇ ਨਾ, ਉਹ ਕਹਿੰਦੇ ਨੇ ਕਿ ਇਹ ਜਿਹੜੇ ਮੈਂ ਬੇਸ਼ੱਕ ਨਾ ਅਕਾਲੀਆਂ ਦੀ ਹਮਾਇਤ ਕਰਦਾ, ਨਾ ਮੈਂ ਕਾਂਗਰਸੀ ਦੀ ਹਮਾਇਤ ਕਰਦਾ, ਮੈਂ ਤਾਂ ਸਪਸ਼ਟ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ 2003 ਦੇ ਵਿੱਚ ਔਰ 2016 ਦੇ ਵਿੱਚ ਇਹ ਬਿੱਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਪਾਸ ਹੋਏ, ਪਰ ਉਹਨਾਂ ਦੇ ਵਿੱਚ ਇੱਕ ਗੱਲ ਰੱਖੀ ਗਈ ਕਿ ਕੋਈ ਵੀ ਪ੍ਰਾਈਵੇਟ ਕੰਪਨੀ ਜੇਕਰ ਖਰੀਦ ਕਰੇਗੀ ਤਾਂ ਉਹਦੇ ਵਿੱਚ ਜਿਹੜੇ ਮੀਡੀਏਟਰ ਨੇ, ਉਹ ਜਿਹੜਾ ਪੰਜਾਬ ਮੰਡੀ ਬੋਰਡ ਜਾਂ FCI ਹੋਵੇਗੀ, ਤੇ ਘੱਟੋ ਘੱਟ ਸਮਰਥਨ ਮੁੱਲ ਦੇ ਉੱਪਰ ਖਰੀਦ ਕੀਤੀ ਜਾਵੇਗੀ। ਉਹਦੇ ਵਿੱਚ ਇੰਨੀ ਕਿ ਜਿਹੜੀ ਘੁੰਡੀ ਸੀ ਉਹ ਕਿਸਾਨ ਦੇ ਹੱਕ ਦੇ ਵਿੱਚ ਜਾਂਦੀ ਸੀ। ਇਸ ਕਰਕੇ ਕਿਸਾਨ ਨੇ ਕਦੀ ਵੀ ਸੂਬਾ ਸਰਕਾਰ ਦੇ ਉਸ ਫੈਸਲੇ ਦਾ ਵਿਰੋਧ ਨਹੀਂ ਕੀਤਾ। ਪਰ ਹੁਣ ਗੱਲ ਜਿਹੜੀ ਹੈ ਉਹ ਇੱਥੇ ਆ ਗਈ ਹੈ ਕਿ ਕੇਂਦਰ ਨੇ ਜਿਹੜੀ ਸੀਗੀ ਉਹ MSP ਜਿਹੜੀ ਸੀਗੀ ਕਹਿ ਦਿੱਤਾ ਕਿ ਸਕੀਮ ਦੇ ਤੌਰ ਤੇ ਜਾਰੀ ਰਹੇਗੀ, ਪਰ ਜਦੋਂ ਸਾਰੇ ਹੱਕ ਔਰ ਹਕੂਕ ਜਿਹੜੇ ਸੀਗੇ ਉਹ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੇ ਤਾਂ ਕਿਸਾਨ ਇੱਥੇ ਆਪਣੇ ਆਪ ਨੂੰ ਇਨਸਿਕਿਉਰ ਮਹਿਸੂਸ ਕਰ ਰਿਹਾ। ਉਹਦੇ ਕੋਲ ਕੋਈ ਇਵੇਂ ਦਾ ਸਿਕਿਉਰਿਟੀ ਨੈਟ ਨਹੀਂ ਹੈਗਾ, ਉਹਦੇ ਕੋਲ ਕੋਈ ਸੁਰੱਖਿਆ ਦਾ ਘੇਰਾ ਹੀ ਨਹੀਂ ਹੈ ਜਿੱਥੇ ਉਹ ਸਮਝ ਸਕੇ ਕਿ ਮੇਰੀ ਜਿਹੜੀ ਜਿਣਸ ਹੈ, ਜਿੰਨੀ ਮੈਂ ਮਿਹਨਤ ਕਰੂੰਗਾ ਉਸ ਦੇ ਹਿਸਾਬ ਦੇ ਨਾਲ ਮੈਨੂੰ ਮੁੱਲ ਮਿਲ ਸਕੇਗਾ। ਤੇ ਜਿਹੜੇ ਸ਼ਹਿਰੀ ਵਰਗ ਆ ਉਹਨਾਂ ਦਾ ਇਸ ਵਿੱਚ ਕੀ ਯੋਗਦਾਨ ਆ? ਵੇਖੋ, ਸ਼ਹਿਰੀ ਵਰਗ ਮੇਰੇ ਖਿਆਲ ਦੇ ਨਾਲ ਜੇ ਕਿਤੇ ਹੁਣ ਕਿਸਾਨ ਦੇ ਨਾਲ ਜੁੜ ਕੇ
ਇਕੱਠੇ ਤੌਰ ਤੇ ਇੱਕ ਵੱਡੇ ਪੱਧਰ 'ਚ ਸੰਘਰਸ਼ ਜਿਹੜਾ ਉਹ ਆਰੰਭੇ। ਉਹ ਸੰਘਰਸ਼ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਕੋਈ ਨੁਕਸਾਨ ਕਰਨਾ ਹੈ, ਕਿਸੇ ਸਰਕਾਰੀ ਬਿਲਡਿੰਗ ਦਾ ਨੁਕਸਾਨ ਕਰਨਾ ਹੈ, ਨਹੀਂ, ਅਸੀਂ ਜਾਗਰੂਕਤਾ ਹੋਈਏ। ਵੇਖੋ ਹੁਣ ਇਹ ਪਹਿਲਾ ਪੰਜਾਬ ਦੀ ਆਰਥਿਕਤਾ ਦਾ ਇਵੇਂ ਦਾ ਮੁੱਦਾ ਸਾਹਮਣੇ ਆਇਆ ਹੈ ਜਿੱਥੇ ਸਾਰੇ ਵਰਗ ਇਹ ਮਹਿਸੂਸ ਤੇ ਕਰ ਰਹੇ ਨੇ ਕਿ ਪੰਜਾਬ ਨੂੰ ਆਰਥਿਕ ਤੌਰ ਤੇ ਇੱਕ ਬਹੁਤ ਵੱਡੀ ਸੱਟ ਵੱਜੀ ਹੈ। ਹੁਣ ਜੇ ਅਸੀਂ ਮਹਿਸੂਸ ਕਰਦੇ ਹਾਂ ਕਿ ਆਰਥਿਕ ਤੌਰ ਤੇ ਸੱਟ ਵੱਜੀ ਹੈ ਤੇ ਜਿਹੜਾ ਪੰਜਾਬ ਹੈ ਉਹ ਕਿਸਾਨ ਦੀ ਰੀੜ੍ਹ ਦੀ ਹੱਡੀ ਹੈ, ਤੇ ਇਹ ਤੁਹਾਨੂੰ ਵੀ ਪਤਾ ਹੈ, ਰੀੜ੍ਹ ਦੀ ਹੱਡੀ ਨੂੰ ਸੱਟ ਲੱਗ ਜਾਵੇ ਤੇ ਸਰੀਰ ਦੇ ਸਾਰੇ ਅੰਗ ਹੀ ਨਕਾਰਾ ਹੋ ਜਾਂਦੇ ਨੇ। ਸੋ ਜੇਕਰ ਪੰਜਾਬ ਦੀ ਜਿਹੜੀ ਕਹਿ ਸਕਦੇ ਹੋ ਕਿ ਆਰਥਿਕਤਾ ਦਾ ਆਧਾਰ ਜਿਹੜਾ ਉਹ ਜ਼ਰਾਇਤ ਹੈ, ਖੇਤੀ ਹੈ, ਤੇ ਜੇਕਰ ਕਿਸਾਨ ਰੀੜ੍ਹ ਦੀ ਹੱਡੀ ਦੇ ਤੌਰ ਤੇ ਪੰਜਾਬ ਦਾ ਆਰਥਿਕ ਤੌਰ ਤੇ ਇੱਕ ਕਹਿ ਸਕਦੇ ਹੋ ਕਿ ਅਲੰਬਰਦਾਰੀ ਨਿਭਾ ਰਿਹਾ ਹੈ, ਤੇ ਜੇਕਰ ਉਸ ਰੀੜ੍ਹ ਦੀ ਹੱਡੀ ਦੇ ਉੱਪਰ ਸੱਟ ਲੱਗਦੀ ਹੈ ਤੇ ਸਾਰੇ ਵਰਗਾਂ ਨੂੰ ਇਹ ਗੱਲ ਮਹਿਸੂਸ ਕਰਨੀ ਪਵੇਗੀ ਜਿਹੜੇ ਪੰਜਾਬ ਦੇ ਨੇ ਕਿ ਅਸਰ ਕੇਵਲ ਪੰਜਾਬ ਤੇ ਨਹੀਂ ਪਵੇਗਾ, ਜਿਸ ਤਰ੍ਹਾਂ ਮੈਂ ਪਹਿਲੀ ਵੀ ਗੱਲ ਕਹੀ ਸੀ ਨਾ ਕਿ ਸਾਰੇ ਹੀ ਇਸ ਤੋਂ ਅਸਰਅੰਦਾਜ਼ ਹੋਣਗੇ। ਤੇ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ, ਚਾਹੇ ਉਹ ਛੋਟੇ ਦੁਕਾਨਦਾਰ ਨੇ, ਚਾਹੇ ਆੜ੍ਹਤੀਆ ਵਰਗ ਹੈ, ਉੱਥੇ ਕਿਸਾਨ ਜਥੇਬੰਦੀਆਂ ਦਾ ਵੀ ਫਰਜ਼ ਬਣਦਾ ਹੈ ਕਿ ਇਹਨਾਂ ਵਰਗਾਂ ਨੂੰ ਜਾ ਕੇ ਸਮਝਾਇਆ ਜਾਵੇ ਕਿ ਜੇਕਰ ਪੰਜਾਬ ਦੀ ਆਰਥਿਕਤਾ ਜਿਹੜੀ ਹੈ ਉਹਦਾ ਮਿਆਰ ਏਦਾਂ ਥੱਲੇ ਡਿੱਗਦਾ ਹੈ ਤਾਂ ਕਿਤੇ ਨਾ ਕਿਤੇ ਤੁਹਾਡੇ ਉੱਪਰ ਵੀ ਇਸ ਦਾ ਬਹੁਤ ਅਸਰ ਪਵੇਗਾ। ਸੋ ਪੰਜਾਬ ਦੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਨਿੱਜੀ ਤੌਰ ਤੇ ਦੁਕਾਨਾਂ ਜਾਂ ਵੱਡੀਆਂ ਦੁਕਾਨਾਂ ਜਾਂ ਛੋਟੀਆਂ ਦੁਕਾਨਾਂ ਜਾਂ ਵਪਾਰੀ ਜਾਂ ਛੋਟੇ ਆੜ੍ਹਤੀ, ਇਹ ਜਿੰਨੇ ਵੀ ਲੋਕ ਨੇ, ਇਹਨਾਂ ਨੂੰ ਇਕੱਠੇ ਹੋ ਕੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਪਵੇਗਾ। ਕਿਉਂਕਿ ਜਦੋਂ ਆਰਥਿਕ ਤੌਰ ਤੇ ਕੋਈ ਵੀ ਸਟੇਟ ਬਰਬਾਦ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਸ ਸਟੇਟ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਨਾ, ਉਹ ਕਿਸੇ ਇੱਕ ਵਰਗ ਦੀਆਂ ਨਹੀਂ ਹੁੰਦੀਆਂ, ਉਸ ਤੋਂ ਫਿਰ ਸਾਰੇ ਵਰਗ ਅਸਰਅੰਦਾਜ਼ ਹੁੰਦੇ। ਪੰਜਾਬ ਦੇ ਇਤਿਹਾਸ ਤੇ ਕਿਸਾਨੀ ਸੰਘਰਸ਼ ਦਾ ਕੀ ਪ੍ਰਭਾਵ ਰਿਹਾ ਹੈ? ਵੇਖੋ, ਪਹਿਲੀ ਗੱਲ ਤੇ ਇਹ ਕਿ ਪੰਜਾਬ ਜਿਹੜਾ ਉਹ ਸ਼ੁਰੂ ਤੋਂ ਹੀ, ਜੇ ਤੁਸੀਂ ਪਿਛਲੀਆਂ ਸੱਭਿਅਤਾਵਾਂ ਵੱਲ ਵੀ ਜਾਂਦੇ ਜਾਂਦੇ, ਚਾਹੇ ਸਿੰਧੂ ਘਾਟੀ ਦੀ ਸੱਭਿਅਤਾ ਦੀ ਗੱਲ ਕਰਦੇ ਹਾਂ, ਅਸੀਂ ਹੜੱਪਾ ਦੀ ਸੱਭਿਅਤਾ ਦੀ ਗੱਲ ਕਰਦੇ ਹਾਂ, ਮੋਹਨਜੋਦੜੋ ਦੀ ਗੱਲ ਕਰਦੇ ਹਾਂ, ਤਾਂ ਜੋ ਕੁਝ ਸਾਨੂੰ ਚੋਂ ਮਿਲਦਾ ਇਹ ਤਾਂ ਬੜਾ ਕਲੀਅਰ ਹੈ ਕਿ ਪੰਜਾਬ ਜਿਹੜਾ ਇਹ ਜਿਹੜਾ ਖਿੱਤਾ ਹੈ ਬੜਾ ਜਰਖੇਜ਼ ਰਿਹਾ ਤੇ ਤਕਰੀਬਨ ਕਿਤੇ ਨਾ ਕਿਤੇ ਖੇਤੀਬਾੜੀ ਦੇ ਨਾਲ ਜੁੜਿਆ ਰਿਹਾ। ਜਦੋਂ ਅਸੀਂ ਇਹਦੀਆਂ ਭੂਗੋਲਿਕ ਸਥਿਤੀਆਂ ਦੀ ਵੀ ਗੱਲ ਕਰਦੇ ਹਾਂ ਤੇ ਜਿਹੜਾ ਨਾ ਹੀ ਇਹਦਾ ਪੰਜਾਬ ਹੈ, ਤੇ ਕੁਦਰਤੀ ਹੈ ਕਿ ਜਿਸ ਖਿੱਤੇ ਦੇ ਵਿੱਚ ਪਾਣੀ, ਖਾਸ ਕਰਕੇ ਕੁਦਰਤੀ ਪਾਣੀ ਹੁੰਦਾ, ਤੇ ਉੱਥੇ ਜਿਹੜੇ ਖੇਤੀ ਦੇ ਸਾਧਨ ਹਮੇਸ਼ਾ ਹੀ ਜ਼ਿਆਦਾ ਹੁੰਦੇ ਨੇ। ਸੋ ਇਸ ਕਰਕੇ ਜੇ ਵਿਦੇਸ਼ਾਂ ਤੋਂ ਆਏ ਹਮਲਾਵਰਾਂ ਦਾ ਮਰਕਜ਼ ਵੀ ਇਹੀ ਰਿਹਾ ਕਿ ਪੰਜਾਬ ਨੂੰ ਲੁੱਟਣਾ ਹੈ, ਤੇ ਉਹਦੇ ਪਿੱਛੇ ਵੀ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਪੰਜਾਬ ਜਿਹੜਾ ਸੀਗਾ ਇੱਕ ਬੜਾ ਜ਼ਰਖੇਜ਼ ਇਲਾਕਾ ਸੀ। ਸੋ ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਸੰਘਰਸ਼ ਦੀ ਗੱਲ ਕਰਦੇ ਹਾਂ ਤਾਂ ਪਹਿਲੀ ਗੱਲ ਤੇ ਇਹ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਪੰਜਾਬ ਦੇ ਉੱਪਰ ਧਰਤੀ ਦੇ ਵਿੱਚ ਪ੍ਰਗਟ ਹੋਣਾ, ਤੇ ਉਸ ਪ੍ਰਗਟ ਹੋਣ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਨੇ ਖੇਤੀ ਨੂੰ ਜਾਂ ਇੱਕ ਕਿਰਤ ਨੂੰ ਜਿਹੜਾ ਇੰਨਾ ਉੱਚਾ ਦਰਜਾ ਦੇਣਾ, ਤੇ ਇਹ ਖੇਤੀ ਪੰਜਾਬ ਦੀ ਇੱਕ ਕਹਿ ਸਕਦੇ ਹੋ ਕਿ ਐਵੇਂ ਦੀ ਕਿਰਤ ਸੀ ਜਿੱਥੇ ਜਾਤ-ਪਾਤ ਦੇ ਵਿਤਕਰੇ ਵੀ ਮਿਟਦੇ ਸੀ, ਕਿ ਪੰਜਾਬ ਦਾ ਕਿਸਾਨ ਤੇ ਪੰਜਾਬ ਦਾ ਜਿਹੜਾ ਮਜ਼ਦੂਰ ਆ ਉਹ ਇਕੱਠੇ ਕਾਰਜ ਕਰਦੇ ਸੀ। ਉਸ ਤੋਂ ਬਾਅਦ ਸਟੇਟ ਦੇ ਉੱਪਰ ਜਿਉਂ-ਜਿਉਂ ਹੋਰ ਹੁਕੂਮਤਾਂ ਜਿਹੜੀਆਂ ਨੇ ਉਹ ਕਾਬਜ਼ ਹੁੰਦੀਆਂ ਨੇ, ਤਾਂ ਕਿਤੇ ਨਾ ਕਿਤੇ ਉਹ ਜਿਹੜੀ ਕਿਸਾਨੀ ਹੈ ਉਹਦੇ ਕੋਲ ਜਿਹੜੀ ਜ਼ਰਾਇਤੀ ਖੇਤਰ ਵਾਲੀ ਜ਼ਮੀਨ ਹੈ ਉਹ ਆਪਣੇ ਕਬਜ਼ੇ ਹੇਠ ਕਰਦੇ ਨੇ, ਤੇ ਉੱਥੇ ਜਿਹੜੇ ਕਿਸਾਨ ਨੇ ਇੱਕ ਮੁਜ਼ਾਰਿਆਂ ਦੇ ਰੂਪ 'ਚ ਰਹਿ ਜਾਂਦੇ ਨੇ ਕਿ ਉਹ ਖੇਤੀ ਕਰਦੇ ਨੇ ਪਰ ਉਹ ਕਹਿ ਸਕਦੇ ਹੋ ਕਿ ਮਲਕੀਅਤ ਨਹੀਂ ਰੱਖਦੇ ਜ਼ਮੀਨ ਦੀ। ਹੁਣ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਕਿਸਾਨ ਜ਼ਮੀਨ ਦੇ ਉੱਪਰ ਖੇਤੀ ਕਰ ਰਿਹਾ ਹੈ ਉਹ ਉਸ ਜ਼ਮੀਨ ਦਾ ਮਾਲਕ ਨਹੀਂ ਹੈ, ਮਾਲਕ ਰਾਜਾ ਹੈ, ਸਟੇਟ ਮਾਲਕ ਹੈ, ਤੇ ਉਹ ਜਿੰਨੀ ਖੇਤੀ ਕਰ ਰਿਹਾ, ਕਿਤੇ ਕਿਸੇ ਜ਼ਮੀਨ ਦੇ ਵਿੱਚੋਂ 6ਵਾਂ ਹਿੱਸਾ, ਕਿਸੇ ਚੋਂ ਚੌਥਾ ਹਿੱਸਾ, ਕਿਸੇ ਚੋਂ ਅੱਧ ਜਿਹੜਾ ਹੈ ਉਹਨੂੰ ਸਟੇਟ ਨੂੰ ਦੇਣਾ ਪੈਂਦਾ। ਇਹਦਾ ਮਤਲਬ ਕਿ ਉੱਥੇ ਆਪਣੀ ਜ਼ਮੀਨ ਦੇ ਹੁੰਦਿਆਂ ਵੀ ਕਿਸਾਨ ਇੱਕ ਮਜ਼ਦੂਰ ਹੈ ਤੇ ਜ਼ਮੀਨ ਦੀ ਮਾਲਕ ਜਿਹੜੀ ਹੈ ਉਹ ਸਟੇਟ ਹੈ। ਜਦੋਂ ਹੁਣ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਕਹਿ ਸਕਦੇ ਹੋ ਕਿ ਸਿੱਖ ਰਾਜ ਦੀ ਸਥਾਪਨਾ ਕਰਦੇ ਨੇ, ਤਾਂ ਜਿਹੜਾ ਸਭ ਤੋਂ ਪਹਿਲਾ ਕਾਰਜ ਹੈ, ਪਹਿਲਾ ਕਾਰਜ ਤਾਂ ਸਭ ਤੋਂ ਵੱਡਾ ਇਹ ਉਹਨਾਂ ਦਾ ਜਿਹੜਾ ਇਤਿਹਾਸ ਦੇ ਵਿੱਚ ਜਿਹੜਾ ਤੁਸੀਂ ਕਿਤੇ ਅਖਬਾਰ ਅਤੇ ਦਰਬਾਰੇ ਮੌਲਾ ਜੈਪੁਰ ਰਿਕਾਰਡਸ ਦੇ ਵਿੱਚ ਫਾਰਸੀ ਦੀ ਕਿਤਾਬ ਹੈ, ਜਦੋਂ ਉਹਦੇ ਵਿੱਚ ਤੁਸੀਂ ਪੜ੍ਹਦੇ ਹੋ, ਉਹਦੀਆਂ ਟਰਾਂਸਲੇਸ਼ਨ ਵੀ ਆ ਚੁੱਕੀਆਂ ਨੇ, ਤੇ ਤੁਹਾਨੂੰ ਬੜੇ ਥਾਵਾਂ ਦੇ ਉੱਪਰ ਇਵੇਂ ਦੀਆਂ ਐਂਟਰੀਜ਼ ਜਿਹੜੀਆਂ ਨੇ, ਇਵੇਂ ਦੇ ਇੰਦਰਾਜ਼ ਦਰਜ ਮਿਲਦੇ ਨੇ ਕਿ ਗੈਰ ਸਿੱਖ ਜਿਹੜੇ ਨੇ ਉਹ ਸਿੱਖੀ ਚ ਆ ਰਹੇ ਨੇ, ਇਸਲਾਮ ਦੇ ਵਿੱਚੋਂ ਜਿਹੜੇ ਲੋਕ ਨੇ, ਮੁਸਲਮਾਨ ਲੋਕ ਨੇ, ਉਹ ਵੀ ਸਿੱਖ ਧਰਮ ਚ ਆ ਰਹੇ ਨੇ, ਤੇ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਸਿੱਖ ਧਰਮ ਦੇ ਵਿੱਚ ਹੀ ਨਹੀਂ ਆ ਰਹੇ ਬਲਕਿ ਇਸਲਾਮਿਕ ਲੋਕ ਜਿਹੜੇ ਨੇ ਸਿੱਖਾਂ ਦੇ ਵੱਲੋਂ ਲੜ ਰਹੇ ਨੇ, ਤੇ ਉਹਨਾਂ ਨੂੰ ਉਸ ਫੌਜ ਦੇ ਵਿੱਚ ਰਹਿੰਦਿਆਂ ਨਮਾਜ਼ ਪੜ੍ਹਨ ਦੀ ਤੇ ਆਪਣੇ ਧਾਰਮਿਕ ਅਕੀਦੇ ਪੂਰੇ ਕਰਨ ਦੀ ਪੂਰੀ ਇਜਾਜ਼ਤ ਹੈ। ਸੋ ਪਹਿਲੀ ਗੱਲ ਕਿ ਜਾਤੀਵਾਦ ਦੇ ਬੰਧਨ ਪਹਿਲੇ ਸਿੱਖ ਰਾਜ ਦੇ ਵਿੱਚ ਹੀ ਤੋੜ ਦਿੱਤੇ ਜਾਂਦੇ ਨੇ। ਦੂਸਰੀ ਅਹਿਮ ਗੱਲ ਕਿ ਬੰਦਾ ਸਿੰਘ ਬਹਾਦਰ ਜਿਹੜਾ ਹੈ ਉਹ ਇਹ ਗੱਲ ਕਹਿ ਦਿੰਦਾ ਹੈ ਕਿ ਜਿਹੜਾ ਟੈਕਸ ਹੈ, ਜਿਹੜਾ ਹੀ ਜ਼ਮੀਨ ਦੇ ਉੱਪਰ ਕਾਬਜ਼ ਬਜ਼ਾਰੇ ਸਟੇਟ ਨੂੰ ਜਿਹੜਾ ਕਰ ਦੇ ਰੂਪ ਦੇ ਵਿੱਚ, ਜਿਸ ਦੇ ਰੂਪ ਦੇ ਵਿੱਚ ਹਿੱਸਾ ਦਿੰਦੇ ਨੇ, ਉਸ ਨੂੰ ਬਿਲਕੁਲ ਬੰਦ ਕਰ ਦਿੱਤਾ ਜਾਵੇ। ਮੈਂ ਜੇ ਤੁਹਾਨੂੰ ਥੋੜਾ ਜਿਹਾ ਇਹ ਤੋਂ ਹੋਰ ਅੱਗੇ ਲੈ ਕੇ ਆਵਾਂ
ਤਾਂ ਇਹ ਜਿਹੜੀ ਜ਼ਮੀਨੀ ਜਿਹੜਾ ਬੰਦੋਬਸਤ ਹੈ, ਇਹਦਾ ਆਰੰਭ ਜਿਹੜਾ ਅਕਬਰ ਦੇ ਸਮੇਂ ਲਿਖਤੀ ਤੌਰ ਤੇ ਸਾਨੂੰ ਹੋਇਆ ਮਿਲਦਾ ਹੈ, ਜਦੋਂ ਉਹਦੇ 9 ਰਤਨਾਂ ਦੇ ਵਿੱਚੋਂ ਦੀਵਾਨ ਟੋਡਰਮਲ ਨੇ ਕੀਤਾ ਸੀ। ਤਾਂ ਉਹਦੇ ਵਿੱਚ ਬਕਾਇਦਾ ਤੌਰ ਤੇ ਜ਼ਮੀਨਾਂ ਦੀ ਕਿਸਮ ਤੇ ਉਹਨਾਂ ਦੇ ਉੱਪਰ ਲਗਾਨ ਜਿਹੜਾ ਉਹ ਤੈਅ ਕਰ ਦਿੱਤਾ ਗਿਆ ਕਿ ਕਿਹੜੀ ਜ਼ਮੀਨ ਸ਼ਜ਼ਰ ਹੈ, ਕਿਹੜੀ ਬੰਜਰ ਹੈ, ਕਿਹੜੀ ਜਿਹੜੀ ਪਰ ਹੈ, ਕਿਹੜੀ ਪਰੌਤੀ ਹੈ, ਕਿਹੜੀ ਖਾਲਸ ਹੈ। ਸੋ ਜ਼ਮੀਨਾਂ ਦੀ ਵਰਗ ਵੰਡ ਕਰਕੇ ਕਿ ਇਸ ਜ਼ਮੀਨ ਦੇ ਵਿੱਚ ਜਿਹੜੇ ਰੁੱਖ ਹੋਣਗੇ, ਆਹ ਜੰਗਲ ਹੋਵੇਗੀ, ਆਹ ਬੇਆਬਾਦ ਹੋਵੇਗੀ, ਆਹ ਜ਼ਮੀਨ ਆਬਾਦ ਹੈ, ਜਰਾਇਤ ਦੇ ਯੋਗ ਹੈ, ਵਾਹੀ ਦੇ ਯੋਗ ਹੈ। ਤੇ ਉਹਨਾਂ ਨੇ ਬਕਾਇਦਾ ਇਹ ਜਿਹੜੇ ਟੈਕਸ ਸੀ ਇਹ ਤੈਅ ਕਰ ਦਿੱਤੇ ਗਏ ਸੀ। ਤੇ ਜਦੋਂ ਹੁਣ ਤੁਸੀਂ 18ਵੀਂ ਸਦੀ ਦੇ ਵਿੱਚ ਆਉਂਦੇ ਹੋ, ਤੇ ਮੈਂ ਸੋਚਦਾ ਕਿ ਜਿਹੜੇ ਸੰਘਰਸ਼ ਨੇ, ਜਦੋਂ ਧਾਰਮਿਕ ਸੰਘਰਸ਼ ਵੱਡੇ ਰੂਪ ਦੇ ਵਿੱਚ ਇੱਕ ਕੌਮ ਦੀ ਹੋਂਦ ਦਾ ਪ੍ਰਤੀਕ ਬਣਦੇ ਆ, ਤਾਂ ਕਿਤੇ ਨਾ ਕਿਤੇ ਉਹਦੇ ਪਿੱਛੇ ਆਰਥਿਕ ਮੁੱਦੇ ਵੀ ਪਏ ਹੁੰਦੇ ਨੇ। ਹੁਣ ਜਦੋਂ ਗਰਜਾ ਸਿੰਘ ਤੇ ਬੋਤਾ ਸਿੰਘ ਸਨੂਰ ਦੀ ਸਰਾਂ ਦੇ ਕੋਲ ਇੱਕ ਵੱਖਰੀ ਸਟੇਟ ਦਾ ਐਲਾਨ ਕਰਦੇ ਨੇ, ਤਾਂ ਜਦੋਂ ਕਹਿੰਦੇ ਨੇ ਕਿ ਹੱਥ ਹੈ ਸੋਟਾ ਵਿੱਚ ਰਾਹੇ ਖਲੋਤਾ, ਆਨਾ ਲਾਵੇ ਗੱਡੇ ਨੂੰ ਪੈਸਾ ਲਾਵੇ ਖੋਤਾ, ਆਖੀ ਭਾਬੀ ਖਾਨੂ ਨੂੰ ਜਿਉਂ ਆਖੇ ਸਿੰਘ ਬੋਤਾ, ਉਹਦੇ ਵਿੱਚ ਇੱਕ ਲਾਈਨ ਆਉਂਦੀ, ਤੇਰਾ ਅਕਬਰੀ ਘਰ ਹੈ ਖੋਟਾ। ਕਿ ਸਿਰਫ ਧਾਰਮਿਕ ਤੌਰ ਤੇ ਹਮਲਾ ਨਹੀਂ ਹੈ, ਹਮਲਾ ਆਰਥਿਕ ਤੌਰ ਤੇ ਵੀ ਹੋ ਰਿਹਾ ਹੈ। ਤੇ ਉਹ ਹਮਲਾ ਜਿਹੜਾ ਅਕਬਰ ਦਾ ਜਿਹੜਾ ਟੈਕਸ ਹੈ ਉਹਦੇ ਰੂਪ ਚ ਹੈ ਕਿ ਜਿਹੜੇ ਖੇਤਾਂ ਦੇ ਉੱਪਰ ਕਾਬਜ਼ ਮੁਜ਼ਾਰੇ ਨੇ, ਉਹਨਾਂ ਦੇ ਕੋਲੋਂ ਫਿਰ ਦੁਬਾਰਾ ਬੰਦਾ ਸਿੰਘ ਬਹਾਦਰ ਦੇ ਰਾਜ ਨੂੰ ਜਾਣ ਤੋਂ ਬਾਅਦ ਉਹਨਾਂ ਦੇ ਕੋਲੋਂ ਫਿਰ ਟੈਕਸ ਲੈਣ ਦੀ ਜਾਂ ਉਹਨਾਂ ਦੇ ਕੋਲ ਕਰ ਗਰਾਉਣ ਦੀ ਜਿਹੜੀ ਕਿਰਿਆ ਉਹ ਫਿਰ ਸ਼ੁਰੂ ਹੋ ਚੁੱਕੀ ਹੈ। ਸੋ ਇਸ ਕਰਕੇ ਜਿੱਥੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਸ ਗੱਲੋਂ ਇੱਕ ਕਹਿੰਦੇ ਆ ਕਿ ਮਾਣ ਦੇ ਨਾਲ ਗੱਲ ਕਰਦੇ ਨੇ ਕਿ ਬੰਦਾ ਸਿੰਘ ਬਹਾਦਰ ਨੇ ਜਿਹੜਾ ਮੁਜ਼ਾਰਿਆਂ ਦਾ ਸਿਸਟਮ ਸੀਗਾ ਉਹਨੂੰ ਖਤਮ ਕਰਕੇ ਜ਼ਮੀਨਾਂ ਦੇ ਉੱਪਰ ਜਿਹੜੀ ਪੱਕੀ ਮਲਕੀਅਤ ਸੀ ਉਸ ਜਿਹੜੀ ਸੀ ਪੰਜਾਬ ਦੇ ਲੋਕਾਂ ਨੂੰ ਦਿੱਤੀ। ਪਰ ਉਹਦੇ ਤੋਂ ਬਾਅਦ ਇਹਦੇ ਚ ਤਬਦੀਲੀਆਂ ਵੀ ਆਈਆਂ। ਜਿਉਂ-ਜਿਉਂ ਬੰਦਾ ਸਿੰਘ ਬਹਾਦਰ ਦੇ ਕੋਲੋਂ ਰਾਜ ਗਿਆ, ਵੱਖਰੀ ਸਟੇਟ ਦੀ ਜਿਹੜੀ ਨੀਤੀਆਂ ਸੀਗੀਆਂ ਉਹ ਵੀ ਪੰਜਾਬ ਦੇ ਉੱਪਰ ਜਿਹੜੀਆਂ ਨੇ ਉਹ ਖੇਤੀ ਦੇ ਉੱਪਰ ਅਸਰਅੰਦਾਜ਼ ਹੁੰਦੀਆਂ ਰਹੀਆਂ। ਪਰ ਇਹ ਗੱਲ 16 ਆਨੇ ਸੱਚ ਹੈ ਕਿ ਜਦੋਂ ਵੀ ਇਸ ਸਟੇਟ ਦੇ ਲੋਕਾਂ ਨੂੰ ਆਰਥਿਕ ਤੌਰ ਤੇ ਉਹਨਾਂ ਦੀ ਹੋਂਦ ਦੇ ਤੌਰ ਤੇ ਉੱਪਰ ਸੱਟ ਲੱਗੀ ਹੈ, ਤਾਂ ਇਸ ਸਟੇਟ ਦੇ ਲੋਕ ਬਾਕੀ ਸਟੇਟਾਂ ਦੇ ਵਾਂਗੂ ਉਸ ਸੱਟ ਨੂੰ ਬਰਦਾਸ਼ਤ ਨਹੀਂ ਕੀਤਾ, ਬਲਕਿ ਉਹਦੇ ਖਿਲਾਫ ਡਟ ਕੇ ਖੜੇ ਹੋਏ ਨੇ। ਇਹੀ ਗੱਲ ਹੈ ਕਿ ਬਹੁਤ ਸਾਰੇ ਹਿੰਦੁਸਤਾਨ ਦੇ ਸਟੇਟ ਨੇ ਜਿਨ੍ਹਾਂ ਦੇ ਵਿੱਚ ਖੇਤੀ ਨਾਲ ਸੰਬੰਧਿਤ ਇਵੇਂ ਦੇ ਕਾਨੂੰਨ ਲਿਆ ਕੇ ਉੱਥੋਂ ਦੀ ਖੇਤੀ ਨੂੰ ਖਤਮ ਕਰ ਦਿੱਤਾ ਗਿਆ, ਕਿਉਂਕਿ ਉੱਥੋਂ ਦੇ ਲੋਕਾਂ ਨੇ ਸਟੇਟ ਦੀ ਵਿਰੋਧਤਾ ਨਹੀਂ ਕੀਤੀ, ਭਾਵ ਕਿ ਉਹ ਸੰਘਰਸ਼ ਦੇ ਵਿੱਚ ਨਹੀਂ ਆ ਸਕੇ। ਉਹਨਾਂ ਨੇ ਸਰਕਾਰੀ ਨੀਤੀਆਂ ਨੂੰ ਹੂਬਹੂ ਇਲਾਹੀ ਹੁਕਮ ਮੰਨ ਕੇ ਪ੍ਰਵਾਨ ਕੀਤਾ। ਪਰ ਪੰਜਾਬ ਦਾ ਕਿਸਾਨ ਇਵੇਂ ਨਹੀਂ ਹੈ। ਹੁਣ ਪੰਜਾਬ ਦਾ ਕਿਸਾਨ ਇਸ ਤਰ੍ਹਾਂ ਦੇ ਜਾਗਰੂਕ ਹੋ ਚੁੱਕਾ ਹੈ ਕਿ ਉਹ ਪੰਜਾਬ ਦੇ ਪਾਣੀਆਂ ਦੇ ਲਈ, ਉਹ ਪੰਜਾਬ ਦੀ ਬੋਲੀ ਦੇ ਲਈ, ਉਹ ਪੰਜਾਬ ਦੀ ਹੋਂਦ ਦੇ ਲਈ, ਉਹ ਪੰਜਾਬ ਦੀ ਆਰਥਿਕਤਾ ਦੇ ਲਈ ਤੇ ਉਹ ਪੰਜਾਬ ਦੀ ਖੁਦਮੁਖਤਿਆਰੀ ਦੇ ਲਈ ਅੱਜ ਉਹ ਸੜਕਾਂ ਦੇ ਉੱਪਰ ਆ, ਉਹ ਰੇਲ ਗੱਡੀਆਂ ਦੀਆਂ ਲਾਈਨਾਂ ਦੇ ਉੱਪਰ ਆ, ਉਹ ਸੰਘਰਸ਼ ਕਰਨ ਦੇ ਵਾਸਤੇ ਨਿਕਲ ਆਇਆ। ਇਹਦਾ ਕਾਰਨ ਇਹ ਹੈ ਕਿ ਪੰਜਾਬ ਦੀ ਮਿੱਟੀ ਦੇ ਵਿੱਚ ਜਿਹੜੀ ਅਣਖ ਦੀ ਕਣੀ ਹੈ ਨਾ, ਉਹ ਤੁਹਾਨੂੰ ਬੇਗੈਰਤ ਨਹੀਂ ਹੋਣ ਦਿੰਦੀ ਤੇ ਤੁਹਾਨੂੰ ਸੰਘਰਸ਼ ਦੇ ਵਾਸਤੇ ਮਜਬੂਰ ਕਰਦੀ ਹੈ। ਤੇ ਸਟੇਟ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਪੰਜਾਬ ਕਦੀ ਵੀ ਕਿਸੇ ਅੱਗੇ ਝੁਕਿਆ ਨਹੀਂ ਹੈ। ਉਹ ਚਾਹੇ ਨਾਦਰ ਸ਼ਾਹ ਆ ਜਾਵੇ, ਚਾਹੇ ਅਹਿਮਦ ਸ਼ਾਹ ਅਬਦਾਲੀ ਆ ਜਾਵੇ, ਜਾਂ ਅੱਜ ਦੀ ਮੋਦੀ ਗਵਰਨਮੈਂਟ ਆ ਜਾਵੇ, ਕਿ ਪੰਜਾਬ ਦੇ ਲੋਕ ਜਿਹੜੇ ਨੇ ਇਹ ਆਪਣੇ ਹੱਕਾਂ ਦੀ ਜਿਹੜੀ ਅਣਦੇਖੀ ਹੈ ਉਹਨੂੰ ਪ੍ਰਵਾਨ ਨਹੀਂ ਕਰਦੇ। ਤੇ ਇਸ ਤੋਂ ਬਾਅਦ ਜਿਹੜੇ ਕਿਸਾਨਾਂ ਦੀ ਆਖਰੀ ਰਣਨੀਤੀ ਉਹ ਕੀ ਹੋਵੇਗੀ? ਵੇਖੋ, ਇਹਦੇ ਵਿੱਚ ਦੋ ਗੱਲਾਂ ਤਾਂ ਬੜੀਆਂ ਅਹਿਮ ਨੇ ਕਿ ਜਦੋਂ ਮੈਨੂੰ ਪਤਾ ਹੈ ਕਿ 1983 ਦੇ ਵਿੱਚ, ਜਦੋਂ ਅਸੀਂ ਤਾਂ ਬਹੁਤ ਛੋਟੇ ਹੋਵਾਂਗੇ, ਜਦੋਂ ਕਿਸਾਨ ਸੰਘਰਸ਼ ਕਰਦੇ ਸੀ ਤੇ ਉਹਨਾਂ ਦੀ ਇੱਕ ਮੰਗ ਹੁੰਦੀ ਸੀ ਕਿ ਜਿਹੜੀ ਜਿਣਸ ਦੀ ਕੀਮਤ ਹੈ ਉਸਨੂੰ ਕੀਮਤ ਸੂਚਕ ਅੰਕ ਦੇ ਨਾਲ ਜੋੜਿਆ ਜਾਵੇ, ਕਿ ਜਿੰਨੀਆਂ ਤਨਖਾਹਾਂ ਵੱਧ ਰਹੀਆਂ ਨੇ ਉਸ ਹਿਸਾਬ ਦੇ ਨਾਲ ਜਿਣਸ ਦੀ ਜਿਹੜੀ ਕੀਮਤ ਉਹ ਵੀ ਵਧਣੀ ਚਾਹੀਦੀ। ਉਹਦੇ ਨਾਲ ਕੀ ਸੀਗਾ ਕਿ ਮੰਨ ਲਓ ਇੱਕ ਟੀਚਰ ਹੈ, ਮੰਨ ਲਓ ਉਹਦੀ ਤਨਖਾਹ 70 ਤੋਂ 700 ਰੁਪਏ ਹੋ ਗਈ, ਉਹਦੇ ਨਾਲ ਜੇ ਕਣਕ ਦਾ ਰੇਟ ਵੀ ਉਧਰੋਂ 70 ਤੋਂ 700 ਹੋ ਜਾਵੇ ਤਾਂ ਓਬਵੀਅਸਲੀ ਜਦੋਂ ਕਣਕ ਦਾ ਰੇਟ ਵਧੇਗਾ ਤੇ ਆੜਤੀ ਨੂੰ ਵੀ ਫਾਇਦਾ ਹੋਵੇਗਾ, ਉਹਦੇ ਨਾਲ ਦੁਕਾਨਦਾਰ ਨੂੰ ਵੀ ਫਾਇਦਾ ਹੋਵੇਗਾ। ਹੁਣ ਤੁਸੀਂ ਇਹ ਵੇਖਦੇ ਹੋ ਕਿ ਦੁਕਾਨਦਾਰ ਜਿਹੜਾ ਉਹ ਉਨੀ ਸੁਖੀ ਰੋਟੀ ਨਹੀਂ ਖਾ ਰਿਹਾ ਜਿੰਨਾ ਕਿ ਇੱਕ ਸਰਕਾਰੀ ਕਰਮਚਾਰੀ ਸੌਖੀ ਰੋਟੀ ਖਾ ਰਿਹਾ, ਕਿਉਂਕਿ ਉਹਦੇ ਕੋਲ ਇੱਕ ਸਿਕਿਉਰ ਲਾਈਫ ਹੈ। ਦੁਕਾਨਦਾਰ ਦੇ ਕੋਲ ਉਨੀ ਸਿਕਿਉਰਿਟੀ ਹੈ ਜਿੰਨਾ ਕਿ ਉਹਦੀ ਹੱਟੀ ਦੇ ਵਿੱਚ ਸੌਦਾ ਪਿਆ। ਪਰ ਜਿਹੜਾ ਨੌਕਰੀ ਕਰ ਰਿਹਾ, ਨੌਕਰੀ ਪੇਸ਼ੇ ਵਾਲਾ, ਉਹ ਇੱਥੋਂ ਤੱਕ ਵੀ ਸਿਕਿਉਰ ਹੈ ਕਿ ਨੌਕਰੀ ਤੋਂ ਬਾਅਦ ਵੀ ਉਸਨੂੰ ਪੈਨਸ਼ਨ ਮਿਲਣੀ। ਸੋ ਪਹਿਲੀ ਗੱਲ ਤੇ ਹੈ ਕਿ ਜਿੰਨਾ ਚਿਰ ਤੱਕ ਜਿਹੜੀਆਂ ਕਿਸਾਨਾਂ ਦੀਆਂ ਉਹ ਮੰਗਾਂ ਸੀ ਨਾ ਕਿ ਜਿਹੜੀਆਂ ਸਟੇਟ ਦੇ ਵਿੱਚ ਬਾਕੀ ਜਿਹੜੇ ਹੈਗੇ ਨੇ ਰੁਜ਼ਗਾਰ, ਉਹਨਾਂ ਦੇ ਨਾਲ ਜਿਹੜੀਆਂ ਵੱਧ ਰਹੀਆਂ ਆਰਥਿਕ ਲੋੜਾਂ ਦੇ ਮੱਦੇ ਨਜ਼ਰ ਜਿਹੜਾ ਕੀਮਤ ਸੂਚਕ ਅੰਕ ਦੇ ਨਾਲ ਜ਼ਰਾਇਤੀ ਖੇਤਰ ਦੀ ਕੀਮਤ ਨੂੰ ਜੋੜਿਆ ਜਾਵੇ ਤੇ ਉਹਦੇ ਨਾਲ ਸਾਰੇ ਹੀ ਵਰਗਾਂ ਨੂੰ ਫਾਇਦਾ ਹੋਵੇਗਾ।
ਉਸ ਤੋਂ ਬਾਅਦ ਜਦੋਂ ਹਰੀ ਕ੍ਰਾਂਤੀ ਦੀ ਗੱਲ ਆਈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦੇਸ਼ ਦੇ ਵਿੱਚ ਰੋਟੀ ਖਾਣ ਵਾਸਤੇ ਕਣਕ ਵੀ ਜਿਹੜੀ ਕਿਸੇ ਸਮੇਂ ਸਟੇਟ ਨੂੰ ਬਾਹਰੋਂ ਲੈਣੀ ਪੈਂਦੀ ਸੀ, ਪਰ ਪੰਜਾਬ ਦੇ ਲੋਕਾਂ ਨੇ ਇੰਨੀ ਮਿਹਨਤ ਕੀਤੀ ਕਿ ਦੇਸ਼ ਨੂੰ ਆਤਮ ਨਿਰਭਰ ਕਰ ਦਿੱਤਾ। ਉਸ ਆਤਮ ਨਿਰਭਰ ਕਰਨ ਦੇ ਵਿੱਚ ਕਣਕ ਔਰ ਝੋਨੇ ਦੀ ਖੇਤੀ ਦੇ ਉੱਪਰ ਪੰਜਾਬ ਦਾ ਜਿਹੜਾ ਕਿਸਾਨ ਸੀ ਉਹ ਨਿਰਭਰ ਹੋ ਕੇ ਰਹਿ ਗਿਆ, ਤੇ ਕਣਕ ਔਰ ਝੋਨੇ ਦੀ ਖੇਤੀ ਦੇ ਨਾਲ ਉਸਨੇ ਪੈਦਾਵਾਰ ਨੂੰ ਵਧਾਉਣ ਦੇ ਵਾਸਤੇ ਇਨਸੈਕਟੀਸਾਈਡ ਦੀ ਤੇ ਪੈਸਟੀਸਾਈਡ ਦੀ ਵਰਤੋਂ ਵੱਧ ਕੀਤੀ। ਉਹਦੇ ਨਾਲ ਕੀ ਹੋਇਆ ਕਿ ਝੋਨੇ ਦੀ ਖੇਤੀ ਵਾਸਤੇ ਅਸੀਂ ਪਾਣੀ ਜ਼ਮੀਨ 'ਚੋਂ ਇੰਨਾ ਕੱਢਿਆ ਕਿ ਹੌਲੀ ਹੌਲੀ ਪੰਜਾਬ ਦੇ ਵਿੱਚੋਂ ਪਾਣੀ ਜਿਹੜਾ ਸੀ ਉਹਦਾ ਪੱਧਰ ਘਟਣਾ ਸ਼ੁਰੂ ਹੋ ਗਿਆ। ਹੁਣ ਆਉਣ ਵਾਲੇ 30 ਸਾਲਾਂ ਦੇ ਵਿੱਚੋਂ ਸਾਡੇ ਕੋਲ ਜਿਹੜਾ ਪੰਜਾਬ ਦੇ ਵਿੱਚ ਪੀਣ ਯੋਗ ਪਾਣੀ ਵੀ ਖਤਮ ਹੋ ਜਾਵੇਗਾ। ਸੋ ਪਹਿਲੀ ਰਣਨੀਤੀ ਤਾਂ ਸਾਨੂੰ ਕ੍ਰੌਪ ਸਾਈਕਲ ਦੀ ਉਹ ਇੱਕ ਤਬਦੀਲੀ ਕਰਨੀ ਪਵੇਗੀ ਕਿ ਅਸੀਂ ਖੇਤੀ ਦੀ ਜਿਹੜੀ ਬਿਜਾਈ ਹੈ ਉਹਦੇ 'ਚ ਤਬਦੀਲੀ ਲੈ ਕੇ ਆਈਏ। ਸਾਨੂੰ ਕਿੰਨੀਆਂ ਦਾਲਾਂ ਬੀਜਣੀਆਂ ਚਾਹੀਦੀਆਂ ਨੇ, ਕਿੰਨੀ ਸਾਡਾ ਜ਼ਰਾਇਤੀ ਖੇਤਰ ਬਾਗਾਂ ਦੇ ਅਧੀਨ ਹੋਵੇ, ਕਿੰਨੀ ਅਸੀਂ ਫਲ ਜਿਹੜੇ ਲਗਾ ਸਕੀਏ, ਕਿੰਨੀਆਂ ਸਬਜ਼ੀਆਂ ਲਗਾ ਸਕੀਏ, ਤੇ ਕਿੰਨੀ ਕੁ ਅਸੀਂ ਝੋਨੇ ਤੇ ਕਣਕ ਜਾਂ ਗੰਨੇ ਦੀ ਕਾਸ਼ਤ ਕਰ ਸਕੀਏ। ਇਸ ਕਰਕੇ ਜਿਹੜਾ ਸਾਨੂੰ ਫਸਲੀ ਚੱਕਰ ਹੈ ਉਹਨੂੰ ਤਬਦੀਲ ਕਰਨਾ ਪਵੇਗਾ। ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਸਕਦੇ ਹਾਂ ਕਿ ਪੰਜਾਬ ਨੂੰ ਆਰਥਿਕ ਤੌਰ ਤੇ ਨਿਰਭਰ ਕਰ ਸਕਦੇ ਹਾਂ। ਧੰਨਵਾਦ ਜੀ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ। ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਇਸ ਮੁੱਦੇ ਤੇ ਚਰਚਾ ਕਰਦੇ ਰਹੀਏ। ਸਤਿ ਸ਼੍ਰੀ ਅਕਾਲ।